बहुजन समाज पार्टी जिंदाबाद 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 बहुजन समाज पार्टी जिंदाबाद जिंदाबाद जिंदाबाद। बाबा साहब भीमराव अम्बेडकर जी अमर रहे अमर रहे अमर रहे बाबा साहब भीमराव अम्बेडकर जी अमर रहे अमर रहे अमर रहे। बहुजन समाज पार्टी जिंदाबाद 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 साहब श्री कांशीराम जी अमर रहे अमर रहे। भैन कुमारी मायावती जी जिंदाबाद 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 बहुजन समाज पार्टी जिंदाबाद। जिंदाबाद जिंदाबाद। और ਤੁਹਾਡੇ ਸਨਮੁਖ ਹੋਣਗੇ सरदार जसवीर सिंह की कड़ी पंजाब प्रधान बहुजन समाज पार्टी पंजाब। सत्कारयोग साथियों, परम पूज्य बाबा साहब अंबेडकर ਉਹਦੇ ਪ੍ਰੀ ਨਿਰਵਾਣ ਨੂੰ ਸਮਰਪਿਤ ਅੱਜ ਦੀ ਇਹ ਮੀਟਿੰਗ ਗੀਤ ਵੀ ਗਾ ਕੇ ਗਏ, ਬੜੇ ਸਾਲਾਂ ਬਾਅਦ ਸੁਣਿਆ ਅੱਜ ਮੈਂ ਗੀਤ ਸਾਮਰਾ ਜੀ ਦਾ। ਉਹਨਾਂ ਦੀ ਜਵਾਨੀ ਸੁਣਿਆ ਸੀ ਬੜੇ ਸਾਲ ਪਹਿਲਾਂ 2002-3 ਦੇ ਵਿੱਚ, ਛੋਟੇ ਛੋਟੇ ਹੁੰਦੇ ਸੀ। ਭੀਮ ਜੋਤੀ ਨੂੰ ਜਲਾ ਕੇ ਚਲੇ ਗਏ, ਮੋਇਆਂ ਦੇ ਵਿੱਚ ਜਾਨ ਪਾ ਕੇ ਚਲੇ ਗਏ। ਅੱਜ ਆਪਾਂ ਸਾਰੇ ਬੈਠੇ ਆ ਤੇ ਬਾਬਾ ਸਾਹਿਬ ਅੰਬੇਡਕਰ ਦੀ ਦੇਣ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਕਲਮ ਨਾਲ ਲਿਖਿਆ, ਧਰਤੀ ਤੇ ਸੈਂਕੜੇ ਰੱਬ ਆਏ, ਸੈਂਕੜੇ ਪੀਰ ਪੈਗੰਬਰ ਆਏ, ਧੂੜ ਵਿੱਚ ਟੱਟੂ ਉਡਾਉਂਦੇ ਗਏ, ਲੇਕਿਨ ਸਾਡੀ ਦੁਰਗਤੀ ਨੂੰ ਰੋਕ ਨਾ ਪਾਏ। ਦੇਸ਼ ਦੇ ਬਹੁਜਨ ਸਮਾਜ ਦੀ ਦੁਰਗਤੀ ਨੂੰ ਰੋਕ ਨਾ ਪਾਏ। ਦੁਰਗਤੀ ਕਿਆ ਸੀ ਕਿ ਜੇ ਪੜ੍ਹਨਾ ਤਾਂ ਜੀ ਕੱਟੀ ਜਾਣੀ, ਜੇ ਪੜ੍ਹਾਈ ਸੁਣ ਲਈ ਤਾਂ ਸਿੱਕਾ ਕੰਨਾਂ 'ਚ ਪੈ। ਏਦਾਂ ਦੀਆਂ ਦੁਰਗਤੀਆਂ ਤੁਸੀਂ ਸਾਰੇ ਹੀ ਜਾਣਦੇ। ਪਰਛਾਵਾਂ ਵੀ ਪੈ ਨਹੀਂ ਸੀ ਦਿੰਦੇ। ਇਹਨਾਂ ਸਾਰੀਆਂ ਦੁਰਗਤੀਆਂ ਨੂੰ ਜੇ ਕੋਈ ਖਤਮ ਕਰ ਗਿਆ, ਉਹਦਾ ਨਾਮ ਸੀ ਬਾਬਾ ਸਾਹਿਬ ਅੰਬੇਡਕਰ। ਉਹਦਾ ਨਾਮ ਸੀ ਬਾਬਾ ਸਾਹਿਬ ਅੰਬੇਡਕਰ। ਲੇਕਿਨ ਦੋ ਦੁਰਗਤੀਆਂ ਹਲੇ ਵੀ ਬਚਦੀਆਂ। ਦੋ ਦੁਰਗਤੀਆਂ, ਦੋ ਬੁਰੇ ਸਲੂਕ ਅੱਜ ਵੀ ਹੋ ਰਹੇ ਆ, ਉਹ ਬਚਦੇ ਨੇ। ਉਹ ਕਿਹੜੇ ਦੋ ਬੁਰੇ ਸਲੂਕ ਹੈ? ਬਾਬਾ ਸਾਹਿਬ ਅੰਬੇਡਕਰ ਦੇਸ਼ ਦੀ ਪਾਰਲੀਮੈਂਟ ਵਿੱਚ 26 ਜਨਵਰੀ 1950 ਭਾਸ਼ਣ ਕਰ ਰਹੇ ਆ, ਜਿੱਦਣ ਸੰਵਿਧਾਨ, ਜਿੱਦਣ ਕਾਨੂੰਨ ਲਾਗੂ ਹੋਇਆ। ਕਿਹੜਾ ਕਾਨੂੰਨ? ਜਿਹੜਾ ਅੱਜ ਚੱਲਦਾ। ਉਸ ਤੋਂ ਪਹਿਲਾਂ ਜਿਹੜਾ ਕਾਨੂੰਨ ਸੀ ਉਹ ਸਕੂਲ ਜਾਣ ਤੋਂ ਵੀ ਰੋਕਦਾ ਸੀ, ਪੜ੍ਹਾਈ ਕਰਨ ਤੋਂ ਵੀ ਰੋਕਦਾ ਸੀ, ਦਿਹਾੜੀ ਮਿਲਣ ਤੋਂ ਵੀ ਰੋਕਦਾ ਸੀ, ਮਜ਼ਦੂਰੀ ਕਰਨ ਤੋਂ ਵੀ ਰੋਕਦਾ ਸੀ, ਦੁਕਾਨ ਪਾਉਣ ਤੋਂ ਵੀ ਰੋਕਦਾ ਸੀ, ਹੋਟਲ ਵਿੱਚ ਜਾਣ ਤੋਂ ਵੀ ਰੋਕਦਾ ਸੀ, ਸਿਨੇਮੇ ਘਰ ਜਾਣ ਤੋਂ ਵੀ ਰੋਕਦਾ ਸੀ, ਧਰਮਸ਼ਾਲਾ ਤੇ ਚੜ੍ਹਨ ਤੋਂ ਵੀ ਰੋਕਦਾ ਸੀ, ਖੂਹਾਂ ਤੇ ਚੜ੍ਹਨ ਤੋਂ ਵੀ ਰੋਕਦਾ ਸੀ। ਇਹਨਾਂ ਸਾਰੀਆਂ ਗਲਤ ਕਾਨੂੰਨਾਂ ਨੂੰ ਖਤਮ ਕੀਤਾ ਬਾਬਾ ਸਾਹਿਬ ਅੰਬੇਡਕਰ ਦੇ ਕਾਨੂੰਨ। ਜਿੱਦਣ ਉਹ ਕਾਨੂੰਨ ਲਾਗੂ ਕੀਤਾ ਤਾਂ ਬਾਬਾ ਸਾਹਿਬ ਅੰਬੇਡਕਰ ਭਾਸ਼ਣ ਦੇ ਰਹੇ ਆ ਕਿ ਅੱਜ ਅਸੀਂ ਦੋਹਰੇ ਜੀਵਨ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਅੱਜ ਤੋਂ ਬਾਅਦ ਸਾਡੀ ਜ਼ਿੰਦਗੀ ਦੋਹਰੀ ਹੋਏਗੀ। ਇੱਕ ਜ਼ਿੰਦਗੀ ਵਿੱਚ ਅਸੀਂ ਬਰਾਬਰ ਹੋਵਾਂਗੇ, ਦੂਜੀ ਜ਼ਿੰਦਗੀ 'ਚ ਅਸੀਂ ਗੈਰ ਬਰਾਬਰ। ਹੁਣ ਜਿਹੜੀ ਜ਼ਿੰਦਗੀ 'ਚ ਬਰਾਬਰ ਹੈ ਉਹ ਕਿਹੜੀ ਗੱਲ ਹੈ? ਬਾਬਾ ਸਾਹਿਬ ਅੰਬੇਡਕਰ ਕਹਿੰਦੇ ਜਦ ਤੁਸੀਂ ਵੋਟ ਪਾਣ ਜਾਓਗੇ, ਉੱਚੀ ਨੀਵੀਂ ਜਾਤ ਦਾ ਵਿਤਕਰਾ ਖਤਮ ਹੋ ਜਾਏਗਾ, ਗਰੀਬ ਔਰ ਅਮੀਰ ਦਾ ਵਿਤਕਰਾ ਖਤਮ ਹੋ ਜਾਏਗਾ। ਜਦੋਂ ਤੁਸੀਂ ਵੋਟ ਪਾਣ ਜਾਓਗੇ, ਜਿੰਨੀ ਕੀਮਤ, ਜਿੰਨਾ ਮੁੱਲ ਉੱਚੀ ਜਾਤ ਵਾਲੇ ਦਾ, ਉਨੀ ਵੋਟ ਦੀ ਗਿਣਤੀ ਤੁਹਾਡੀ ਹੋਏਗੀ। ਜਿੰਨੀ ਅਮੀਰ ਦੀ ਵੋਟ ਦੀ ਤਾਕਤ ਹੈ, ਉਨੀ ਵੋਟ ਦੀ ਕੀਮਤ ਗਰੀਬ ਦੀ ਹੋਏਗੀ। ਇਹਦਾ ਮਤਲਬ ਕੀ ਹੈ ਬਈ? ਜਦੋਂ ਆਪਾਂ ਵੋਟਾਂ ਪਾਉਣ ਜਾਂਦੇ ਆ ਤਾਂ ਇੱਥੇ ਡੱਬੇ ਪਏ ਹੁੰਦੇ ਸੀ, ਡੱਬੇ, ਜਾਂ ਹੁਣ ਬਟਨ ਦੱਬਦੇ ਆ। ਜੇ
ਉੱਚੀ ਜਾਤ ਵਾਲੇ ਲੋਕ 2 ਬਟਨ ਦੱਬ ਦੇਣ ਆਪਣੇ ਨਿਸ਼ਾਨ ਤੇ ਤੁਸੀਂ ਵੀ ਆਪਣੇ ਡੱਬੇ 'ਚ 2 ਵੋਟਾਂ ਪਾ ਲਓ, ਆਪਣੇ ਨਿਸ਼ਾਨ ਤੇ 2 ਵੋਟਾਂ ਪਾ ਲਓ, ਤਾਂ ਉੱਚੀ ਔਰ ਨੀਵੀਂ ਜਾਤ ਜਦੋਂ ਨਤੀਜਾ ਆਉਣਾ ਕਿਆ ਹੋਇਆ, ਉਹਨੂੰ ਵੀ 2 ਪਈਆਂ, ਉਹਨੂੰ ਵੀ 2 ਪਈਆਂ, ਨਤੀਜਾ ਬਰਾਬਰ। ਜੇ ਅਮੀਰ ਆਪਣੇ ਡੱਬੇ 'ਚ 1 ਵੋਟ ਪਾਵੇ ਤੇ ਗਰੀਬ ਵੀ 1 ਵੋਟ ਪਾਵੇ, ਤਾਂ ਜੇ ਸ਼ਾਮ ਨੂੰ ਨਤੀਜਾ ਗਣਿਆ ਜਾਵੇ ਦੋਹਾਂ ਦੇ ਡੱਬੇ 'ਚ 1 ਵੋਟ ਹੋਵੇ, ਉੱਤਰ ਆਣਾ ਕਿ ਗਰੀਬ ਤੇ ਅਮੀਰ ਵੋਟਾਂ ਵਿੱਚ ਬਰਾਬਰ। ਬਾਬਾ ਸਾਹਿਬ ਅੰਬੇਡਕਰ ਭਾਸ਼ਣ ਕਰ ਰਹੇ ਆ 26 ਜਨਵਰੀ 1950, ਅੱਜ ਤੋਂ ਬਾਅਦ ਅਸੀਂ ਦੋਗਲੇ ਜੀਵਨ 'ਚ ਹੋਵਾਂਗੇ, ਦੋਹਰਾ ਜੀਵਨ। ਇੱਕ ਜੀਵਨ ਵਿੱਚ ਅਸੀਂ ਬਰਾਬਰ ਹੋਵਾਂਗੇ, ਜਿੱਥੇ ਬਰਾਬਰ ਹੋਵਾਂਗੇ ਉਹਨੂੰ ਰਾਜਨੀਤੀ ਕਹਿੰਦੇ ਨੇ। ਰਾਜਨੀਤੀ 'ਚ ਤੁਸੀਂ ਸਾਰੇ ਹੀ ਬਰਾਬਰ। ਕਿੱਦਾਂ ਬਰਾਬਰ? ਕਿੱਦਾਂ? ਜੇ ਅਮੀਰ ਦੇ ਡੱਬੇ 'ਚ 1 ਵੋਟ ਰਹਿ ਜਾਏ ਔਰ ਗਰੀਬ ਆਪਣੇ ਡੱਬੇ 'ਚੋਂ 2 ਵੋਟਾਂ ਕੱਢ ਲਏ, ਤਾਂ ਨਤੀਜਾ ਆਏਗਾ ਕਿ ਗਰੀਬ ਜਿੱਤ ਗਏ। ਹੁਣ ਬਾਬਾ ਸਾਹਿਬ ਦੂਸਰੀ ਗੱਲ ਕਹਿੰਦੇ ਆ ਕਿ 2 ਦੁਰਗਤੀਆਂ ਆ ਜਿਨ੍ਹਾਂ ਦਾ ਅਸੀਂ ਅੱਜ ਤੱਕ ਸ਼ਿਕਾਰ ਹੈ। ਅਸੀਂ ਅੱਜ ਦੋਗਲੇ ਜੀਵਨ 'ਚ ਹੈ। ਇੱਕ ਜੀਵਨ ਰਾਜਨੀਤੀ ਦਾ ਜਿਹਦੇ 'ਚ ਅਸੀਂ ਬਰਾਬਰ ਹੈ, ਦੂਜਾ ਜੀਵਨ ਸਮਾਜਿਕ ਔਰ ਆਰਥਿਕ ਹੈ। ਦੂਜਾ ਜੀਵਨ ਸਮਾਜਿਕ ਤੇ ਆਰਥਿਕ ਹੈ, ਇਹਦੇ 'ਚ ਅਸੀਂ ਬਹੁਤ ਅਸਾਵੇਂ ਆ, ਸਾਡੇ ਨਾਲ ਬਹੁਤ ਭੇਦਭਾਵ ਹੋ ਰਹੇ। ਇਹ ਭੇਦਭਾਵ ਸਮਾਜਿਕ ਔਰ ਆਰਥਿਕ ਦਾ ਮਤਲਬ ਕੀ ਹੈ? ਜਿਹੜਾ ਭੇਦਭਾਵ ਹੋ ਰਿਹਾ, ਜਿਹੜੀ ਦੁਰਗਤੀ ਹੋ ਰਹੀ, ਉਹ ਅੱਜ 2 ਗੱਲਾਂ ਨਾਲ ਹੋ ਰਹੀ। ਇੱਕ ਸਮਾਜਿਕ ਤੌਰ ਤੇ, ਦੂਜਾ ਆਰਥਿਕ ਤੌਰ ਤੇ। ਇਹ ਗੱਲ ਕਦੋਂ ਕਹੀ? ਅੱਜ ਤੋਂ 70 ਸਾਲ ਪਹਿਲਾਂ, ਜਦੋਂ ਦਾਦਾ ਦਾਦੀ ਜਵਾਨ ਸੀ, 70 ਸਾਲ ਪਹਿਲਾਂ। ਹੁਣ ਸਮਾਜਿਕ ਤੌਰ ਤੇ ਕਿਆ ਹੁੰਦਾ? ਸਮਾਜ ਜਿਹੜਾ ਜਾਤਾਂ ਧਰਮਾਂ 'ਚ ਵੰਡਿਆ ਆ, ਊਚ ਨੀਚ 'ਚ ਵੰਡਿਆ ਆ, ਬਾਹਮਣ ਛਤਰੀ ਬੈਲ ਸ਼ੂਦਰ ਛੂਤ 'ਚ ਵੰਡਿਆ ਆ, ਅੱਜ ਅਸੀਂ ਸਾਰੇ ਅਸੀਂ ਕਾਨੂੰਨ ਕਹਿੰਦਾ ਕੋਈ ਜਾਤ, ਕੋਈ ਧਰਮ, ਕੋਈ ਨਸਲ, ਕੋਈ ਲਿੰਗ, ਕੋਈ ਸਥਾਨ, ਇਹਦਾ ਵਿਤਕਰਾ ਨਹੀਂ ਹੋਣਾ। ਪਰ ਜਿੱਥੇ ਅਸੀਂ ਰਹਿੰਦੇ ਆ, ਜਿਸ ਗਲੀ, ਜਿਸ ਮੁਹੱਲੇ, ਜਿਸ ਸ਼ਹਿਰ, ਇਹ ਅੱਜ ਵੀ ਉੱਚਾ ਨੀਚਾ 'ਚ ਵੰਡੇ ਹੋਏ ਆ। ਜੇ ਕਿਸੇ ਨੂੰ ਸ਼ੱਕ ਹੋਵੇ, ਆਪਣੇ ਧੀ ਪੁੱਤ ਦਾ ਰਿਸ਼ਤਾ ਆਪਣੇ ਤੋਂ ਉੱਚੀ ਜਾਤ ਵਾਲੇ ਪਾਸੇ ਲੈ ਕੇ ਜਾਏ। ਲਿਜਾਨੇ ਬੋਲੋ ਆਪਣੀ ਜਾਤ ਦਾ, ਆਪਣੇ ਧੀ ਪੁੱਤ ਦਾ ਰਿਸ਼ਤਾ ਆਪਣੇ ਤੋਂ ਉੱਚੀ ਜਾਤ ਵੱਲ ਲੈ ਕੇ ਜਾਇਓ। ਜਾਉਂਗੇ? ਅੱਛਾ, ਜੇ ਚੱਲ ਜਾਓ ਫੇਰ ਮੰਨ ਲਓ ਤਜਰਬਾ ਹੀ ਕਰਨਾ, ਵੀ ਜਾ ਕੇ ਦੇਖਣਾ ਵੀ ਸਾਡੇ ਧੀ ਪੁੱਤ ਦਾ ਰਿਸ਼ਤਾ ਕਰਕੇ, ਫੇਰ ਹੁੰਦਾ? ਕਿਉਂ ਕਹਿੰਦੇ ਇਹ ਅੱਜ ਵੀ ਕਹਿੰਦੇ ਇਹ ਕਿਹੜੀ ਜਾਤ ਦੇ ਆ? ਜੇ ਕਿਸੇ ਨੂੰ ਵਹਿਮ ਹੋਵੇ ਨਾ ਹੁਣ ਕਿੱਥੇ ਵਿਤਕਰਾ ਹੁੰਦਾ, ਹੁਣ ਨਹੀਂ ਹੁੰਦਾ, ਤਾਂ ਉਹਨੂੰ ਕਹੋ ਵੀ ਆਪਣੇ ਧੀ ਪੁੱਤ ਦਾ ਰਿਸ਼ਤਾ ਨੀਵੀਂ ਜਾਤ ਵੱਲ ਲੈ ਕੇ ਜਾਓ। ਬਾਬਾ ਸਾਹਿਬ ਅੰਬੇਡਕਰ ਕਹਿੰਦੇ ਇੱਕ ਦੁਰਗਤੀ ਅੱਜ ਵੀ ਇਹ ਹੋ ਰਹੀ ਆ। ਇਹ 70 ਸਾਲ ਪਹਿਲਾਂ ਗੱਲ ਕਹੀ ਸੀ, 70 years ago। ਅੱਜ ਵੀ ਇਹ ਵਿਤਕਰਾ ਅੱਜ ਵੀ ਜਾਰੀ, ਅੱਜ ਵੀ। ਦੂਸਰੀ ਦੁਰਗਤੀ ਬਾਬਾ ਸਾਹਿਬ ਕਹਿੰਦੇ ਆਰਥਿਕ ਤੌਰ ਤੇ ਵੀ ਬਰਾਬਰ ਨਹੀਂ ਹੋਏ, ਧਨ ਦੌਲਤ ਦੇ ਤੌਰ ਤੇ ਵੀ ਬਰਾਬਰ ਨਹੀਂ। ਹੁਣ ਜਿੰਨੇ ਤੁਸੀਂ ਬੈਠੇ ਆ, ਚਲੋ ਕਿਹਦੇ 5 ਕਿੱਲੇ ਜ਼ਮੀਨ ਦੇ ਆ? ਹੱਥ ਖੜਾ ਕਰੋ। 5 ਕਿੱਲੇ ਤੇ ਕੋਲ ਤਾਂ 50 ਹੋਣੇ ਆ, ਕਿਉਂਕਿ ਭੋਲਾ ਰਾਮ ਹੈ ਵਿਚਾਰਾ। ਇਹ ਤਾਂ 5 ਤੇ ਵੀ ਖੜੇ ਕਰ ਦੇਣੇ, 5 ਮਾਲਿਆਂ ਤੇ ਵੀ ਕਰ ਦੇਣੇ, 50 ਤੇ ਵੀ ਕਰ ਦੇਣੇ। ਲੱਗਦਾ ਕਿਸੇ ਦਾ ਪੱਠਾ ਚੱਲਦਾ, ਕਿਸੇ ਦਾ ਸ਼ੈਲਰ ਚੱਲਦਾ, ਕਿਸੇ ਦਾ ਪੈਟਰੋਲ ਪੰਪ ਚੱਲਦਾ, ਕਰੋ ਕਹਾ ਜੀ ਸਾਡਾ ਚੱਲਦਾ, ਸਾਡੇ ਕੋਲ ਪੱਠਾ, ਕਿੱਥੇ ਗਿਆ ਤੁਹਾਡਾ ਹਿੱਸਾ? ਕਿਸੇ ਦੀ ਫੈਕਟਰੀ ਚੱਲਦੀ ਹੋਵੇ, ਦੱਸੋ ਤੁਹਾਡੇ ਆ ਜਿੰਨੀ ਕਾਇਨਾਤ ਨਜ਼ਰ ਆ ਰਹੀ ਆ, ਹਰ ਚੀਜ਼ ਫੈਕਟਰੀ 'ਚ ਬਣੀ, ਹਰ ਚੀਜ਼। ਤੁਹਾਡੀ ਕਿੰਨਿਆਂ ਦੀ ਫੈਕਟਰੀ ਚੱਲ ਰਹੀ? ਐਨਕਾਂ ਬਣਾਉਣ ਦੀ ਫੈਕਟਰੀ, ਮੋਬਾਈਲ ਲਾਉਣ ਦੀ ਫੈਕਟਰੀ, ਕੋਈ ਤਾਰਾਂ ਹੀ ਬਣਦੀਆਂ, ਕੋਈ ਕੀ ਵਿਸ਼ਾ ਕੀ ਕਹਿੰਦੇ ਮੈਟ ਬਣਦੇ ਹੋਣ, ਆ ਤਬਲੇ ਬਣਦੇ ਹੋਣ, ਕੁਛ ਤਾਂ ਬਣਦਾ ਹੋਵੇ। ਤੁਹਾਡੀ ਕੋਈ ਤਾਂ ਫੈਕਟਰੀ ਚੱਲਦੀ ਹੋਵੇ, ਚੱਲਦਾ ਕੁਛ? ਤੁਹਾਡੇ ਹਿੱਸੇ ਦੀਆਂ ਫੈਕਟਰੀਆਂ ਕਿੱਥੇ ਗਈਆਂ? ਦੇਸ਼ ਯਾਦ ਹੈ 73 ਸਾਲ
ਦੇਸ਼ ਆਜ਼ਾਦ ਹੋਇਆ ਨੂੰ ਹੋ ਗਿਆ 73 ਸਾਲਾਂ 'ਚ ਨਾ ਬਾਪ ਦੇ ਕੋਲ ਤਨ ਧਰਤੀ ਪੱਠੇ ਸ਼ੈਲਰ ਪੈਟਰੋਲ ਪੰਪ ਫੈਕਟਰੀਆਂ ਸੀ। ਆ ਸੜਕ ਜਾਂਦੀ ਮੇਨ ਰੋਡ, ਤੁਸੀਂ ਪਾਰ ਕਰਨਾ ਹੋਵੇ ਪਹਿਲਾਂ ਐ ਦੇਖਦੇ ਆ ਕਿ ਇਹਦੇ ਸਾਫ਼ ਹੋ ਗਈ ਸੜਕ, ਫਿਰ ਐ ਦੇਖਦੇ ਆ ਜਦੋਂ ਇਧਰੋਂ ਸਾਫ਼ ਹੋ ਗਏ ਫਿਰ ਤੈਨੂੰ ਧੌਣ ਕਮਾਰੇ ਇਧਰੋਂ 10 ਹੋਰ ਆਈਆਂ ਖੜੀਆਂ, ਫਿਰ ਉਹਨੂੰ ਦੇਖੀ ਜਾਂਦੇ ਆ ਇਧਰੋਂ ਸਾਫ਼ ਹੁੰਦਾ ਫਿਰ ਧੌਣ ਇੱਧਰ ਨੂੰ ਕਮਾਉਂਦੇ, ਜਦੋਂ ਇਧਰੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਮਤਲਬ ਲੱਗੇ ਨਹੀਂ ਹੁੰਦਾ ਸੜਕ ਤੋਂ 10-10 ਮਿੰਟ। ਤੇ ਤੁਸੀਂ ਆਪਣੇ ਹਿੱਸੇ ਦੇ ਕੋਈ 5 ਟਰੱਕ ਗਣਾਓ, ਕੋਈ 5 ਬੱਸਾਂ ਗਣਾਓ ਕਿ ਸਾਡੀਆਂ ਤੁਹਾਡਾ 73 ਸਾਲਾਂ ਵਿੱਚ ਤੁਹਾਡਾ ਹਿੱਸਾ ਦੇਸ਼ ਵਿੱਚ ਗਿਆ ਕਿੱਥੇ? ਇਹ ਬਾਬਾ ਸਾਹਿਬ ਅੰਬੇਡਕਰ ਇਹ ਦਵਾਉਣਾ ਚਾਹੁੰਦਾ ਸੀ, ਲੈਣਾ ਕਿ ਨਹੀਂ ਲੈਣਾ ਦੇਸ਼ ਵਿੱਚ ਹੈ ਤੁਹਾਡੇ ਕੋਲ? ਤੁਹਾਡੇ ਸਾਡੇ ਬਾਪ ਕੋਲ ਸੀ, ਸਾਡੇ ਬਾਪ ਦੇ ਬਾਪ ਕੋਲ ਹੋਵੇ ਤੇ ਬੱਚਿਆਂ ਕੋਲ ਕਿੱਥੋਂ ਆਉਣਾ? ਚਾਹੁੰਦੇ ਕਿ ਨਹੀਂ ਚਾਹੁੰਦੇ? ਉਹ ਕਾਰਨ ਕੀ ਆਇਆ ਕਿ ਸਾਡੇ ਕੋਲ ਸਾਡਾ ਹਿੱਸਾ ਅੱਜ ਤੱਕ ਆਇਆ ਨਹੀਂ? ਇਹਦਾ ਕਾਰਨ ਕੀ ਹੈ? ਅਸੀਂ ਉਹ ਗੱਲਾਂ ਸੋਚੀਆਂ ਹੀ ਨਹੀਂ ਜਿਹੜੀਆਂ ਸੋਚਣੀਆਂ ਚਾਹੀਦੀਆਂ ਸੀ। ਗੁਰੂ ਰਵਿਦਾਸ ਪੈਦਾ ਹੋਏ, ਕਿਆ ਕਰਦੇ ਸੀ? ਉਹ ਕਿਆ ਕਰਦੇ ਸੀ? ਕੰਮ ਮਰਿਓ ਡੰਗਰ ਢੋਂਦੇ ਸੀ। ਬੋਲੋ, ਢੋਂਦੇ ਸੀ ਕਿ ਨਹੀਂ? ਬਿਲਕੁਲ। ਅੱਛਾ, ਕਿੰਨਿਆਂ ਦੇ ਸਮਝ ਪੈਂਦੀ ਗੱਲ ਹੈ? ਹੱਥ ਖੜਾ ਕਰਕੇ ਦੱਸੋ। ਔਰ ਕਿੰਨਿਆਂ ਦੇ ਸਿਰ ਪਰੋਂ ਲੰਘਦੀ ਇਹ ਵੀ ਦੱਸਿਓ। ਆ ਦੇਖ ਲੈ, ਸਿਰ ਪਰੋਂ ਵੀ ਹੱਥ ਖੜਾ ਕਰ। ਯਾਰ ਕਿੱਲਿਆਂ ਨੂੰ ਵੀ ਹੱਥ ਖੜਾ ਕਰ ਦੇਣੇ ਬਾਬੇ। ਐਦਾਂ ਸਾਡੇ ਬਜ਼ੁਰਗ ਭੋਲੇ ਸੀ। ਹਜ਼ਾਰਾਂ ਸਾਲਾਂ ਤੋਂ ਸਾਡੇ ਬਜ਼ੁਰਗ ਹੈ। ਚਾਚਾ ਤੇਰੇ ਨਾਲ ਹੀ ਆ, ਨੀਲਾ ਕਾਰਡ ਬਣਾ ਦੇਗਾ ਬਸ ਇਹ ਡਿਮਾਂਡ ਸੀ। ਜਿੱਥੋਂ ਮੰਗ ਕੇ 2 ਰੁਪਏ ਕਿਲੋ ਆਟਾ, ਕਣਕ ਤੇ 4 ਰੁਪਏ ਕਿਲੋ ਦਾਲ ਮਿਲਦੀ ਆ, ਹੈ ਚਾਚਾ ਬਣਾ ਦੇ ਤਾਂ ਨੀਲਾ ਕਾਰਡ। ਹੈ ਚਾਚਾ ਮੇਰੇ ਸਿਰ ਤੇ ਗੰਦ ਮੂਤ ਦਾ ਟੋਕਰਾ ਆ ਜਾਏ, ਹੱਥ ਵਿੱਚ ਮੇਰੇ ਰੰਬਾ ਤੇ ਦਾਤੀ ਗੰਦ ਮੂਤ ਸਾਫ਼ ਕਰਨੇ ਵਾਲੀ ਆ ਜਾਏ, ਹੈ ਚਾਚਾ ਮੇਰਾ ਨਰੇਗਾ ਵਾਲਾ ਗਾੜੀ ਬਣਾ। ਕਿਆ ਮੰਗ ਸਕੇ? ਮੰਗਿਆ ਹੀ ਨਹੀਂ। ਆਜ਼ਾਦੀ ਦੇ 73 ਸਾਲਾਂ 'ਚ ਅਸੀਂ ਦੇਸ਼ ਦੇ ਹਾਕਮ ਤੋਂ ਮੰਗਿਆ ਹੀ ਨਹੀਂ ਕਿ ਸਾਡਾ ਹਿੱਸਾ ਦੱਸ ਕਿੱਥੇ ਆ? ਮੇਰੇ ਬੱਚਿਆਂ ਦੇ ਹਿੱਸੇ ਦੀਆਂ ਬੱਸਾਂ, ਮੇਰੇ ਬੱਚਿਆਂ ਦੇ ਹਿੱਸੇ ਦੇ ਟਰੱਕ ਕਿੱਥੇ ਆ? ਸਾਡੇ ਬੱਚਿਆਂ ਦੇ ਹਿੱਸੇ ਦੇ ਪੱਠੇ ਸ਼ੈਲਰ ਪੈਟਰੋਲ ਪੰਪ ਕਿੱਥੇ ਆ? ਅਸੀਂ ਮੰਗਿਆ ਹੀ ਨਹੀਂ, ਮੰਗਿਆ ਹੀ ਨਹੀਂ। ਤੇ ਮੰਗਿਆ ਜਿਨ ਉਹ ਮਰਿਓ ਡੰਗਰ ਖੁੱਲਦਾ ਸੀ, ਜਿਨ ਮੰਗਿਆ ਉਹ ਜੁੱਤੀਆਂ ਕੱਢਦਾ ਸੀ, ਉਹ ਰੋਜ਼ ਮਰਿਓ ਡੰਗਰ ਢੋਂਦਾ ਸੀ, ਰੋਜ਼ ਖੱਲ ਲਾਉਂਦਾ ਸੀ, ਰੋਜ਼ ਜੁੱਤੀਆਂ ਗੰਢਦਾ ਸੀ। ਰਵਿਦਾਸ ਤਵੰਤਾ ਢੋਰ ਨਿਤ, ਉਹ ਕਹਿੰਦੇ ਤਾਂ ਰੋਜ਼ ਡੰਗਰ ਢੋਂਦਾ ਮਰਿਓ। ਗੁਰੂ ਰਵਿਦਾਸ ਜੀ ਖੁਦ ਲਿਖਦੇ ਆ, ਜਾਕੇ ਕੁਟੰਬ ਢੇਡ ਸਭ। ਕਹਿੰਦਾ ਮੇਰੇ ਲੋਕਾਂ ਨੂੰ ਤਾਂ ਢੇਡ ਕਿਹਾ ਜਾਂਦਾ, ਇਹ ਤਾਂ ਹਰ ਗੱਲ ਤੇ ਹੈ। ਹਾਂਜੀ ਹਾਂਜੀ ਨਾਲ ਹੀ ਨਹੀਂ ਚਾਚਾ, ਨਾਲ ਆ ਚਾਚਾ, ਨਾਲ ਹੀ ਤਕੜੀ ਵਾਲਾ ਆ ਜਾਏ, ਐ ਚਾਚਾ ਨਾਲ ਹੈ। ਫੁੱਲ ਵਾਲਾ ਆ ਜਾਏ, ਚਾਚਾ ਤੇਰੇ ਨਾਲ ਹੈ। ਇਹ ਤਾਂ ਗਊ ਬਣ ਜਾਂਦੇ ਆ, ਗਊ। ਗਊ ਜਿਹਨੂੰ ਜੁੱਟ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਤੇ ਵੋਟ ਚੋ ਕੇ ਚਲੇ ਜਾਂਦੇ ਆ। ਸਾਡੇ ਲੋਕ ਤਾਂ ਇੰਨੇ ਕੋਲੇ, ਇਹ ਪਤਾ ਹੀ ਨਹੀਂ ਕਿੱਥੇ ਆਇਆ ਕਰਨੇ, ਪਤਾ ਹੀ ਨਹੀਂ ਕਿੱਥੇ ਕਰਨੇ। ਮੈਨੂੰ ਯਾਦ ਹੈ 2002 ਭੈਣ ਜੀ ਰੋਸ਼ਨ ਕਰਾਉਂਦਾ ਹੈ ਤੇ ਭੈਣ ਜੀ ਪੂਰੀ ਕਲਾਸ ਨੂੰ ਘਸਾਣ ਲੱਗੀ, ਉਸ ਇੱਕਾ ਪੂਰਾ ਤਵਾ ਤੇ ਸਾਡੇ ਵਾਲੇ ਘਸਣ ਤੇ ਵੀ ਤਾੜੀਆਂ ਮਾਰਦੇ, ਕਿਉਂਕਿ ਇੰਨੇ ਭੋਲੇ ਸਾਡੇ ਵਾਲੇ ਭੋਲੇ, ਪਤਾ ਹੀ ਨਹੀਂ। ਜਿਹੜਾ ਮਰਿਓ ਡੰਗਰ ਢਾਉਂਦਾ ਸੀ ਉਹ ਕਹਿੰਦਾ ਸੀ, ਜਾਕੇ ਕੁਟੰਬ ਢੇਡ ਸਭ ਢੋਰ ਢਵੰਤ ਨਿਤ ਬਨਾਰਸ ਆਸ-ਪਾਸ। ਕਹਿੰਦਾ ਮੇਰੇ ਲੋਕਾਂ ਨੂੰ ਤਾਂ ਵਿਚਾਰਿਆਂ ਨੂੰ ਢੇਡ ਕਹਿੰਦੇ, ਕਦੇ ਗਈ ਨਹੀਂ। ਇਹ ਗੁਰਬਾਣੀ ਚਾਹੁੰਦਾ ਗੁਰੂ ਗ੍ਰੰਥ ਸਾਹਿਬ 'ਚ, ਔਰ ਢੇਡ ਕਹਿੰਦੇ ਢੋਰ ਢਵੰਤ। ਕਹਿੰਦਾ ਰੋਜ਼ ਮਰਿਓ ਡੰਗਰ ਢਾਉਂਦੇ, ਨਿਤ ਨਿਤ ਰੋਜ਼ ਬਨਾਰਸ ਆਸ-ਪਾਸ। ਉਹ ਬਾਬਾ ਕਿੱਦਾਂ ਦਾ ਹੋਊਗਾ?
ਕਿਤੇ ਨਾ ਹੋਊਗਾ ਉਹਦਾ ਰਹਿਣ ਸਹਿਣ। ਚਲੋ ਅੱਖਾਂ ਬੰਦ ਕਰਕੇ ਸੋਚੋ, ਤੁਸੀਂ ਸਾਰੇ ਮੱਥਾ ਟੇਕਦੇ ਹੋ, ਸਾਰਿਆਂ ਦੇ ਘਰ ਫੋਟੋ ਤੋਂ ਸੋਚੋ ਉਹਦੇ ਹੱਥ ਕਿਦਾਂ ਦੇ ਸੀਗੇ, ਮੈਨੀਕਿਉਰ ਪੈਡੀਕਿਉਰ ਕੀਤੇ ਸੀ, ਉਹਦੇ ਹੱਥ ਕਿਦਾਂ ਦੇ ਸੀਗੇ, ਰੰਬੀ ਦੇ ਨਾਲ ਚਮੜੀ ਛਿੱਲੀ ਜਾਂਦੀ ਆ ਹੱਥਾਂ 'ਚ, ਕਿਆ ਬਾਤ, ਦਸਤਾਨੇ ਤਾਂ ਹੁੰਦੇ ਨਹੀਂ ਸੀ, ਪੈਰਾਂ ਦੇ ਗਮ ਬੂਟ ਵੱਡੇ ਜਿਹੜੇ ਐਡੇ ਐਡੇ ਪਾਉਣੇ ਤਾਂ ਹੁੰਦੇ ਹੀ ਨਹੀਂ ਸੀ, ਉਹਦਾ ਹੁੰਦੇ ਹੀ ਨਹੀਂ ਸੀ। ਤੇ ਸੁਪਨਾ ਕਿਆ ਲੈਂਦਾ, ਏਦਾਂ ਦੇ ਮਾੜੇ ਹਾਲਾਤ ਸਾਡੇ ਤਾਂ ਨਹੀਂ ਹੈਗੇ ਕਿ ਹੈਗੇ, ਬੋਲੋ, ਏਦਾਂ ਦੇ ਮਾੜੇ ਹਾਲਾਤ ਸਾਡੇ ਤਾਂ ਨਹੀਂ ਹੈਗੇ। ਉਹਦੇ ਇੰਨੇ ਮਾੜੇ ਹਾਲਾਤ ਸੀ ਜਿਹਨੂੰ ਅੱਜ ਗੁਰੂ ਰਵਿਦਾਸ ਕਹਿੰਦੇ ਆ। ਉਹ ਕਹਿੰਦਾ ਐਸਾ ਚਾਹੂੰ राज में ਰਾਜ ਮੈਂ ਜਹਾਂ ਮਿਲੇ सबन को ਸਭਨ ਕੋ। ਅਸੀਂ ਕਿਹਾ ਹੀ ਨਹੀਂ, ਸਾਡੇ ਹਾਲਾਤ ਵੀ ਚੰਗੇ ਆ, ਅਸੀਂ ਕਿਹਾ ਹੀ ਨਹੀਂ। ਉਹ ਕਹਿੰਦਾ ਲੋਕੋ ਜੇ ਦੁੱਖ ਕੱਟਣੇ ਆ ਤਾਂ ਬੇਗਮਪੁਰੇ ਲਈ ਲੜੋ, ਲੜੋ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਦੋ ਨਹੀਂ ਤੇ ਦੁੱਖ ਖਤਮ ਕਰਨ ਦੀ ਲੜਾਈ ਦਾ ਨਾਮ ਆ ਗੁਰੂ ਰਵਿਦਾਸ। ਦੁੱਖ ਖਤਮ ਕਰਨ ਦੀ ਲੜਾਈ ਦਾ ਨਾਮ ਆ ਗੁਰੂ ਰਵਿਦਾਸ। ਪਰ ਤੁਸੀਂ ਦੁੱਖ ਮੰਨਿਆ ਹੀ ਨਹੀਂ ਕਦੀ। ਕਿੱਲੇ ਹੈ ਨਹੀਂ ਜ਼ਮੀਨਾਂ ਦੇ ਦੁੱਖ ਹੀ ਨਹੀਂ ਮੰਨਿਆ। ਜਿਨ੍ਹਾਂ ਨੂੰ ਦੁੱਖ ਵਾ, ਜਿਨ੍ਹਾਂ ਦੇ ਕੋਲ ਵਾ, ਜਿਨ੍ਹਾਂ ਦੇ ਕੋਲ ਵਾ ਤੇ ਕੋਲ, ਉਹਨਾਂ ਨੂੰ ਲੱਗਦਾ ਸਾਡੇ ਕੋਲੋਂ ਸਰਕਾਰ ਨੇ ਖੋਹ ਲੈਣੀ ਆ। ਮਹੀਨਾ ਹੋ ਗਿਆ ਦਿੱਲੀ ਬੈਠਿਆਂ ਨੂੰ, ਸਾਡੇ ਵਾਲੇ ਨੂੰ ਦੁੱਖ ਹੀ ਨਹੀਂ ਹੈਗਾ। ਕਹਿੰਦੇ ਹਾਂ ਆਪਣੀ ਖਾਓ ਮਜ਼ੇ ਕਰੋ, ਆਪਣੀ ਖਾਓ ਮਜ਼ੇ ਕਰੋ, ਤੇ ਹਜ਼ਾਰਾਂ ਸਾਲਾਂ ਤੋਂ ਆਪਣੀ ਖਾਣੇ ਆ, ਮਜ਼ੇ ਕਰਦੇ ਆ ਤੇ ਗੁਲਾਮੀ ਕਰ ਰਹੇ ਆ, ਗੁਲਾਮੀ। ਤੇ ਜਿਹੜੇ ਸਾਡੇ ਲਈ ਲੜੇ ਉਹ ਕਹਿੰਦੇ ਸੀ ਰਾਜੇ ਬਣੋ, ਰਾਜਾ ਬਣਨ ਦੀ ਲੜਾਈ ਆ। ਜਿਹੜੇ ਲੋਕ ਰਾਜੇ ਹੁੰਦੇ ਆ ਉਹਨਾਂ ਦੇ ਹੱਕਾਂ ਅਧਿਕਾਰਾਂ ਨੂੰ ਕੋਈ ਖੋ ਨਹੀਂ ਸਕਦਾ। ਬਾਬਾ ਸਾਹਿਬ ਅੰਬੇਡਕਰ ਜੀ ਦਾ ਦਿਨ ਰੱਖਿਆ ਤੁਸੀਂ, ਉਹ ਕਹਿੰਦਾ ਸੀ ਕੰਧ ਤੇ ਲਿਖ ਲਿਓ ਤੁਸੀਂ ਇਸ ਦੇਸ਼ ਦੇ हुक्मरान ਹੁਕਮਰਾਨ। ਕੰਧ ਤੇ ਲਿਖਣਾ ਤੁਸੀਂ ਇਸ ਦੇਸ਼ ਦੇ हुक्मरान ਲਿਖੇ ਹੀ ਨਹੀਂ। ਅਸੀਂ ਕਿਆ ਲਿਖਿਆ ਹੈ? ਚਾਚਾ ਵੋਟ ਹੀ ਆ, ਤੈਨੂੰ ਪਤਾ ਕਿ ਹੈ ਚਾਚਾ ਵੋਟ ਹੀ ਆ। ਬਾਬਾ ਸਾਹਿਬ ਅੰਬੇਡਕਰ ਕਹਿੰਦੇ ਕੰਧ ਤੇ ਲਿਖੋ ਤੁਸੀਂ ਇਸ ਦੇਸ਼ ਦੇ ਹਾਕਮ ਬਣਨਾ ਔਰ 25 ਸਾਲੀ ਹਾਕਮ ਚੁਣਿਆ ਜਾਣਾ। ਹਰ 25 ਸਾਲੀ ਹਾਕਮ ਚੁਣਿਆ ਜਾਂਦਾ ਔਰ ਲੋਕ ਚੁਣਦੇ ਆ। ਲੋਕ ਜਦੋਂ ਗੁਰੂ ਰਵਿਦਾਸ ਜੀ ਸੀ ਉਦੋਂ ਹਾਕਮ ਚੁਣਨ ਦਾ ਮੌਕਾ ਨਹੀਂ ਸੀ ਮਿਲਦਾ ਲੋਕਾਂ ਨੂੰ। ਜਿਹੜਾ ਜੰਮ ਗਿਆ ਬਣ ਗਿਆ, ਗਾਹਾਂ ਉਹਦੇ ਬੱਚੇ, ਗਾਹਾਂ ਬੱਚਿਆਂ ਦੇ ਬੱਚੇ, ਫੇਰ ਬੱਚੇ, ਮੌਕਾ ਨਹੀਂ ਸੀ ਮਿਲ। ਜੰਗ ਲੜਨੀ ਪੈਣੀ ਸੀ, ਫੌਜ ਤਿਆਰ ਕਰਨੀ ਪੈਣੀ ਸੀ, ਮੈਦਾਨੇ ਜੰਗ ਤਿਆਰ ਕਰਨਾ ਪੈਣਾ ਸੀ ਤੇ ਤਲਵਾਰਾਂ ਖੜਕਣੀਆਂ ਸੀ। ਗगन ਦਮਾਮਾ ਬਾਜੇ ਉਪੜਿਓ ਨਿਸ਼ਾਨ ਕਾਓ, ਖੇਤ ਜੋ ਮਾਂਡਿਓ ਸੂਰਮਾ, ਸੂਰਮੇ ਬਣਨਾ ਪੈਣਾ ਸੀ। ਹੁਣ ਤਾਂ 4 ਫੁੱਟ ਦੇ ਪਰਦੇ ਪਿੱਛੇ ਜਾ ਕੇ ਹਾਕਮ ਬਦਲਿਆ ਜਾਂਦਾ। ਹੁਣ ਤਾਂ 4 ਫੁੱਟ ਦੇ ਪਰਦੇ ਪਿੱਛੇ ਜਾ ਕੇ ਰਾਜਾ ਬਦਲਿਆ ਜਾਂਦਾ। ਔਰ ਆਜ਼ਾਦੀ ਦੇ 73 ਸਾਲਾਂ 'ਚ, ਆਜ਼ਾਦੀ ਦੇ 73 ਸਾਲਾਂ 'ਚ ਦੇਸ਼ ਦਾ ਰਾਜਾ 14, 15, 16 ਵਾਰੀ ਬਦਲ ਹੋ ਗਿਆ। ਅਸੀਂ ਆਪਣੇ ਬਾਰੇ ਸੋਚਿਆ ਹੀ ਨਹੀਂ ਕਦੇ। ਅਸੀਂ ਸੋਚਿਆ ਹੈ ਚਾਚਾ ਵੋਟ ਹੀ ਆ, ਤੂੰ ਤੈਨੂੰ ਪਾ ਦਊਂਗੀ, ਹੈ ਚਾਚਾ ਵੋਟ ਹੀ ਆ, ਤੂੰ ਲੈ ਦੇ, ਮੈਂ 4 ਪਾਉਣਾ। ਅਸੀਂ ਕਿੱਥੇ ਖੜੇ? ਅਸੀਂ ਵੋਟ ਦਾ 4 ਪਾਉਣਾ। ਵੋਟ ਦਾ ਮਤਲਬ ਹੈ ਆਪਣਾ ਰਾਜਾ ਬਣਾਉਣਾ। ਵੋਟ ਦਾ ਮਤਲਬ ਹੈ ਰਾਜਾ ਤੁਹਾਡੀਆਂ ਬਸਤੀਆਂ ਦਾ ਹੋਣਾ ਚਾਹੀਦਾ। ਵੋਟ ਦਾ ਮਤਲਬ ਹੈ ਪੱਠੇ, ਸ਼ੈਲਰ, ਪੈਟਰੋਲ ਪੰਪ, ਗੱਡੀਆਂ, ਕਾਰਾਂ, ਬਿਜ਼ਨਸ। ਇਹ ਵੋਟ ਦਾ ਮਤਲਬ। ਅਸੀਂ ਕੀ ਕੀਤਾ ਆਜ਼ਾਦੀ ਦੇ 73 ਸਾਲਾਂ 'ਚ? ਹੈ ਅਸੀਂ ਆਪਣੀ ਤਾਂ ਪਾਉਣੀ ਹੀ ਹੈ ਜੀ, ਅਸੀਂ ਆਪਣੀ ਤਾਂ ਪਾਉਣੀ ਹੀ ਹੈ ਜੀ। ਕੁਛ ਏਦਾਂ ਵੀ ਛੁੱਟ ਜਾਂਦੇ ਆ। ਜੇ ਆਪਣੀ ਪਾਉਣ ਨਾਲ ਹੀ ਛੁਟਕਾਰਾ ਹੋ ਗਿਆ ਹੁੰਦਾ ਫਿਰ ਤਾਂ ਰਾਜੇ ਬਣ ਜਾਣਾ ਸੀ, ਫਿਰ ਤਾਂ ਬਣ ਜਾਣਾ ਸੀ ਰਾਜੇ। ਆਪਣੀ ਪਾ ਕੇ ਵੀ ਛੁਟਕਾਰਾ ਨਹੀਂ। ਆਪਣੇ ਵਰਗੇ ਸੈਂਕੜੇ ਲੋਕਾਂ ਦੀ ਵੋਟ ਆਪਣੇ ਨਿਸ਼ਾਨ ਤੇ ਪਾਉਣ। ਤੇ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਲੋਕੋ ਰਾਜਾ 25 ਸਾਲੀ, ਹੁਣ ਜੰਗ ਨਹੀਂ ਲੱਗਣੀ, ਹੁਣ ਰਾਜਾ ਪਾਰਟੀ ਬਣਾ ਕੇ ਬਣਨਾ। ਪਾਰਟੀ ਬਣਾਓ, ਪਾਰਟੀ ਦਾ ਝੰਡਾ ਤੇ ਨਿਸ਼ਾਨ ਲਾਓ। ਆਜ਼ਾਦੀ ਦੇ 73 ਸਾਲਾਂ 'ਚ
ਕਦੀ ਕਾਂਗਰਸ ਦਾ ਝੰਡਾ ਆਇਆ, ਕਦੀ ਭਾਜਪਾ ਦਾ ਝੰਡਾ ਆਇਆ, ਕਦੀ ਅਕਾਲੀ ਦਲ ਦਾ ਝੰਡਾ ਆਇਆ। ਤੇ 73 ਸਾਲ ਸਾਡਾ ਦਾਦਾ ਦਾਦੀ ਵੀ ਲੰਘ ਗਏ, ਸਾਡੇ ਬਾਪ ਵੀ ਲੰਘ ਗਏ, ਸਾਡਾ ਵੀ ਜੀਵਨ ਲੰਘ ਚੱਲਾ। ਸਾਨੂੰ ਸਾਡੇ ਹਿੱਸੇ ਦੇ ਇਹਨਾਂ ਕਾਂਗਰਸ ਭਾਜਪਾ ਅਕਾਲੀਆਂ ਨੇ ਕਦੇ ਸਾਨੂੰ ਗੱਲ ਵੀ ਸੁਣਾਈ ਨਹੀਂ ਕਿ ਤੁਹਾਨੂੰ ਤੁਹਾਡਾ ਹਿੱਸਾ ਦਿਓ, ਕਦੇ ਗੱਲ ਵੀ ਸੁਣਾਈ ਨਹੀਂ। ਤੇ ਅੱਜ ਦਿਨ ਆ ਚੜਿਆ, ਅੱਜ ਦਿਨ ਆ ਚੜਿਆ। ਅੱਖਾਂ ਬੰਦ ਕਰਕੇ ਕਲਪਨਾ ਕਰਿਓ, ਅੱਖਾਂ ਬੰਦ ਕਰਕੇ, ਜਿਹੜੇ ਤੁਹਾਡੇ ਘਰ ਦੇ ਬੱਚੇ ਆ, ਜਿਹੜੇ ਤੁਹਾਡੇ ਘਰ ਦੇ ਬੱਚੇ ਆ, ਜਿੰਨੀ ਘਰ-ਬਾਰ, ਜਿੰਨੀ ਪ੍ਰਾਪਰਟੀ, ਕਿਸੇ ਨੇ 4 ਮਰਲੇ ਚ, ਕਿਸੇ ਨੇ 10 ਮਰਲੇ ਚ, 4 ਕਮਰੇ, 5 ਕਮਰੇ, 2 ਬੈਡਰੂਮ, ਜਿੰਨ ਵੀ ਬਣਾਏ, ਜਿੰਨੇ ਜਿੰਨੇ ਬਣਾਏ, ਅੱਖਾਂ ਬੰਦ ਕਰਕੇ ਕਲਪਨਾ ਕਰਿਓ ਤੁਹਾਡੇ ਬੱਚੇ ਇੰਨਾ ਬਣਾ ਲੈਣਗੇ। ਬੋਲ, ਤੁਹਾਡੇ ਬੱਚੇ ਇੰਨਾ ਬਣਾ ਲੈਣਗੇ। ਤੇ ਜੇ ਇੰਨਾ ਨਹੀਂ ਬਣਾ ਲੈਣਗੇ ਤੇ ਦਾਦਾ ਦੱਸੋ ਕਿੱਥੇ ਰਹਿੰਦਾ ਸੀ? ਕਿੱਦਾਂ ਦੇ ਮਕਾਨ 'ਚ ਰਹਿੰਦਾ ਸੀ ਕਿ ਝੁੱਗੀ 'ਚ ਰਹਿੰਦਾ ਸੀ, ਕੁੱਲੀ 'ਚ ਰਹਿੰਦਾ ਸੀ, ਕੜੀਆਂ ਸੀ, ਫੱਟੀਆਂ ਪਰ ਸਰਵਾੜ ਸੀ। ਕਿੱਥੇ ਰਹਿੰਦੇ ਸੀ ਦਾਦਾ ਦਾਦੀ? ਕਿੱਥੇ ਰਹਿੰਦੇ ਸੀ? ਤੇ ਆਉਣੇ ਇਹ 70 ਸਾਲਾਂ 'ਚ ਇਹ ਕੜੀਆਂ ਲੈਂਟਰਾਂ 'ਚ ਬਦਲੀਆਂ, ਲੈਂਟਰਾਂ 'ਚ। ਤੇ ਆਉਣੇ ਵਾਲੇ ਜਿਹੜੇ 70 ਸਾਲ ਹੈ, ਜਿਹੜੇ ਤੁਸੀਂ ਲੈਂਟਰ ਪਾਏ ਆ, ਇਹ ਮੁੜ ਕੇ ਝੁੱਗੀਆਂ 'ਚ ਬਦਲਨੇ। ਔਰ ਬਦਨਸੀਬੀ ਇਹ ਆ, ਅੱਜ ਤੋਂ 70 ਸਾਲ ਪਹਿਲਾਂ ਝੁੱਗੀਆਂ ਪਾਉਣ ਨੂੰ ਜਗ੍ਹਾ ਹੁੰਦੀ ਸੀ, ਆਉਣੇ ਵਾਲੇ 50 ਸਾਲਾਂ ਬਾਅਦ ਝੁੱਗੀ ਪਾਉਣ ਨੂੰ ਜਗ੍ਹਾ ਵੀ ਮਿਲਣੀ। ਇਹ ਹਾਲ ਹੋਣ ਜਾ ਰਿਹਾ ਸੀ, ਇਹ ਹਾਲ ਹੋਣ ਜਾ ਰਿਹਾ। ਜਿਨ੍ਹਾਂ ਨੂੰ ਇਹ ਲੱਗਦਾ ਸਾਡੀਆਂ ਜ਼ਮੀਨਾਂ ਖੋਲਣੀਆਂ, 4-4 ਮਹੀਨਿਆਂ ਤੋਂ ਘਰਾਂ ਤੋਂ ਬਾਹਰ ਹੈ, ਧਰਨੇ ਲੱਗ ਰਹੇ ਕਿਸਾਨਾਂ ਤੇ। ਜਿਨ੍ਹਾਂ ਨੂੰ ਇਹ ਲੱਗਦਾ, ਇਹਨਾਂ ਨੂੰ ਲੱਗਦਾ ਹੀ ਨਹੀਂ ਕਿ ਸਾਡੀਆਂ ਜਿਹੜੇ ਹੁਣ ਲੈਂਟਰ ਪਾਏ ਆ ਪਿਛਲੇ 20 ਸਾਲਾਂ 'ਚ, ਇਹਨਾਂ ਨੂੰ ਲੱਗਦਾ ਹੀ ਨਹੀਂ। ਜਿਨ੍ਹਾਂ ਦੀ ਦਾਦੀ ਤੇ ਨਾਨੀ ਮੰਜੇ ਜੋੜ ਕੇ ਨਹਾਉਂਦੀ ਸੀ, ਮੰਜੇ ਜੋੜ ਕੇ, ਟੁੱਟੀਆਂ ਫੁੱਟੀਆਂ ਬੁੱਧੀਆਂ ਆ, ਖੇਸੀਆਂ, ਦਰੀਆਂ, ਬਾਥਰੂਮਾਂ, ਖੋਰੇ ਬਾਥਰੂਮ ਕਿੱਥੇ ਹੁੰਦੇ ਸੀ? ਖੋਰੇ ਹੁੰਦੇ ਸੀ, ਰੋੜੇ ਰੱਪੜ ਜੋੜ ਕੇ ਬਣਾਏ। ਤੇ ਜਿਨ੍ਹਾਂ ਦੀਆਂ ਦਾਦੀਆਂ ਨਾਨੀਆਂ ਉਹਨਾਂ ਖੋਰਿਆਂ 'ਚ ਸਾਡੀਆਂ ਮਾਵਾਂ ਭੈਣਾਂ ਨਹਾਉਂਦੀਆਂ ਸੀ। ਇਹ ਖੋਏ ਜਾਣੇ ਆ, ਮੁੜ ਕੇ ਉਹ ਵੀ ਮਿਲਣੇ ਨਹੀਂ। ਅਸੀਂ ਜਾਗਦੇ ਹੀ ਸਾਨੂੰ ਲੱਗਦਾ ਨਾ ਇਹ ਤਾਂ ਕੁਛ ਨਹੀਂ ਹੋਣਾ। ਹੋਣ ਜਾ ਰਿਹਾ, ਫੈਸਲਾ ਤੁਸੀਂ ਕਰਨਾ, ਫੈਸਲਾ ਤੁਸੀਂ ਕਰਨਾ। ਭੈਣ ਕੁਮਾਰੀ ਮਾਇਆਵਤੀ ਜੀ ਅੱਜ ਸਾਡੀ ਆਗੂ ਆ। ਸਭ ਕਾਂਸ਼ੀ ਰਾਮ ਜੀ ਨੇ ਆਗੂ ਬਣਾਇਆ, सब काशी राम जी ने नारा लाया सी, जो जमीन सरकारी है वो जमीन हमारी है, हमारी है। ते तुसी असी सारे देसी घे खाने वाले लोग, देसी घे तो खाने आ ना, पर सारे मखणियां भी हुण तां मलाइयां तार के बनदियां। जे मज्जां भी छुट गईयां मखणियां तां भी, क्योंकि मेरे घर बनदी तुहाडे बनदी हुंदी आदत है। ते मखणियां देसी घे खाने वालियां तो सरकार नहीं बनी 70 सालां च। यूपी के चौल खाने वाले ने 4 बारी बनाती, 4 बारी 5वीं बार की तैयारी आ। और जड़ियां जमीनां पंजाब के देसी के खाने वाले नहीं लै सके, यूपी के चौल खाने वाले ने 3-3 किले कर पत्ती है। बच्चे नहीं पढ़ा होने मोरे, डॉक्टर, वकील, इंजीनियर, चलो दसो वजीफे बंद करते सरकारों ने। आले दुआले कितने प्राइवेट स्कूल, कॉलेज, यूनिवर्सिटियां आ, दसो केड़ा बच्चा डॉक्टर बनने लई 12 लाख साल की तनख्वाह दिंदा फीस, इंजीनियर बनने लई 4 लाख 2 लाख रुपया वकील बनने लई केड़ा दे रहा? किहदे कोल है? किहदे कोल है? जे पढ़ा भी लओगे ते नौकरी दसो किहदे लई? अज नौकरी किहदे लई है सरकार ने? दशमेश पिता का हफ्ता चल रहा, 4 पुत मारे गए इस हफ्ते च, मां मारी गई, खुद आप जंगला गड्डियां कंडियां ते तुरना पिया। वो कहता सी इन गरीब सिखन को 2 पातशाही, वो कहता सी इन गरीब सिखन को 2 पातशाही। अल्लाह चल रही ते कुर्बानी करनी पैंदी, कुर्बान होना पैंदा। सरकार सारा कुछ होने जा रही है। जे चाहते हो ਤੁਸੀਂ ਇਸ ਦੇਸ਼ ਵਿੱਚ ਤਰੱਕੀ ਕਰਨਾ, ਆਪਣੇ ਆਪ ਦਾ ਜਿਹੜਾ ਸਮਾਜਿਕ ਜਿਹੜਾ ਤੁਹਾਡੇ ਤੇ ਠੱਪਾ ਲੱਗਿਆ ਉਹਨੂੰ ਬਦਲਣਾ, ਔਰ ਆਰਥਿਕ ਤੌਰ ਦੇ ਉੱਤੇ ਜਿਹੜੇ ਤੁਹਾਡੇ ਕੋਲ ਨਹੀਂ ਸਹੂਲਤਾਂ ਹੈਗੀਆਂ ਉਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨਾ, ਤਾਂ ਆਪਣੇ ਰਾਜ ਲਈ ਲੜੋ। ਔਰ ਬਾਬਾ ਸਾਹਿਬ ਅੰਬੇਡਕਰ, ਸਾਹਿਬ ਕਾਸ਼ੀ ਰਾਮ, ਭੈਣ ਕੁਮਾਰੀ ਮਾਇਆਵਤੀ ਜੀ, ਇਹਨਾਂ ਦੇ ਬਜ਼ੁਰਗਾਂ ਦਾ ਜੀਵਨ ਸੰਘਰਸ਼ ਹੈ। ਅੱਜ ਸਾਡੇ ਕੋਲ ਰਾਜ ਕਰਨ ਦੇ ਲਈ ਸਾਡੇ ਕੋਲ ਝੰਡਾ ਵੀ ਆ,
ਨੀਲਾ ਸਾਡੇ ਕੋਲ ਜੰਗ ਦੇ ਲਈ ਪਾਰਟੀ ਵੀ ਆ ਬਹੁਜਨ ਸਮਾਜ ਪਾਰਟੀ। ਅੱਜ ਸਾਡੇ ਕੋਲ ਨੇਤਾ ਵੀ ਆ ਭੈਣ ਕੁਮਾਰੀ ਮਾਇਆਵਤੀ ਜੀ। ਅੱਜ ਸਾਡੇ ਕੋਲ ਫੌਜ ਵੀ ਆ। ਸਿਰਫ ਤੁਹਾਡੇ ਕਹਿਣ ਦੀ ਦੇਰ ਹੈ। ਤੁਸੀਂ ਕਹੋ ਕਿ ਭੈਣ ਮਾਇਆਵਤੀ ਜੀ ਅੱਗੇ ਵਧੋ, हम तुम्हारे साथ हैं। ਤੇ ਜਿੱਦਾਂ ਤੁਸੀਂ ਇਹ ਗੱਲਾਂ ਕਹਿਣ ਲੱਗ ਪਏ, ਅਸੀਂ ਤੁਹਾਡੇ ਕੋਲ ਅਪੀਲ ਲੈ ਕੇ ਆਏ ਹਾਂ, ਬੇਨਤੀ ਲੈ ਕੇ ਆਏ ਹਾਂ। ਜੇ ਚਾਹੁੰਦੇ ਹੋ ਰਾਜ ਲੈਣਾ ਦੇਸ਼ ਦਾ ਤਾਂ ਪਹਿਲਾਂ ਇਸ ਵਾਰੀ ਬੰਗਿਆਂ ਦੀ ਲੜਾਈ ਲੜੋ। ਇਸ ਵਾਰੀ ਬੰਗਾ ਸ਼ਹਿਰ ਦੀ ਲੜਾਈ ਲੜੋ। ਇਸ ਗੱਲ ਦੀ ਲੜਾਈ ਲੜੋ ਕਿ ਜੇ ਤੁਸੀਂ ਬੰਗਾ ਸ਼ਹਿਰ ਦੇ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਗਏ, ਜਿੱਤ ਗਏ, ਲੜੋ ਇਸ ਵਾਰ। ਮੈਨੂੰ ਲੱਗਦਾ ਨਹੀਂ ਇੱਥੇ ਕੱਲੇ ਲੜਨ ਦੀ ਤਿਆਰੀ ਕਰੋ। ਬੀਐਸਪੀ ਬੰਗਿਆਂ ਦੇ ਵਿੱਚ ਕੱਲੇ ਲੜੇ। बहुजन समाज पार्टी जिंदाबाद जिंदाबाद जिंदाबाद। भैन कुमारी मायावती जी जिंदाबाद जिंदाबाद जिंदाबाद। और इस तरीके ਨਾਲ ਲੜੋ ਕਿ ਤੁਹਾਡੇ ਤੋਂ ਬਗੈਰ ਕੋਈ ਦੂਜਾ ਬਣ ਨਾ ਸਕੇ। ਇਸ ਵਾਰ ਬੈਲੈਂਸ ਪਾਵਰ ਕੌਂਸਲ ਨਗਰ ਦਾ ਪ੍ਰਧਾਨ, ਕੌਂਸਲ ਦਾ ਪ੍ਰਧਾਨ ਆਪਣੇ ਬਣਾਉਣ ਦੀ ਲੜਾਈ ਲੜੋ। ਉਹ ਕਹੂਗਾ ਕਿ 3-4 ਕੌਂਸਲਰ ਨਾਲ ਵੀ ਬਣ ਜਾਂਦਾ ਹੈ, ਮੈਨੂੰ ਆਉਂਦੇ ਬਣਾਉਣੇ। ਤੁਸੀਂ ਆਪਣੇ ਆਪ ਨੂੰ ਤਕੜਾ ਕਰੋ, ਆਪਣੇ ਆਪ ਨੂੰ ਇਕਾਗਰ ਚਿੱਤ ਕਰੋ, ਆਪਣੇ ਆਪ ਨੂੰ ਯੂਨਿਟੀ ਚ ਲਿਆਓ। ਤੁਸੀਂ ਲਿਆਓ ਤੇ ਪਾਰਟੀ ਸਾਰਾ ਕੁਝ ਕਰੇਗੀ। ਪਾਰਟੀ ਮਜ਼ਬੂਤ ਹੈ, ਇੱਥੇ ਮਜ਼ਬੂਤੀ ਨਾਲ ਲੜ ਸਕਦੀ ਹੈ ਔਰ ਬੜੇ ਬੜੇ ਨਾਟੂ ਖਾਂ ਨੂੰ ਇੱਥੇ ਵੱਡੇ ਆਪਾਂ ਸਭ ਸਿਖਾ ਸਕਦੇ ਹਾਂ। ਤੁਸੀਂ ਤਿਆਰੀ ਕਰੋ, ਦਿਨ ਰਾਤ ਹਰੇਕ ਮਹੀਨਾ ਤੁਹਾਡੇ ਕੋਲ ਰਹਿੰਦਾ, ਡਟ ਕੇ ਤਿਆਰੀ ਕਰੋ। ਪਾਰਟੀ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਉੱਤੇ ਵੀ ਡਟੋ। ਔਰ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਬਹੁਜਨ ਸਮਾਜ ਪਾਰਟੀ ਨੇ ਕਿਸਾਨ ਸੰਘਰਸ਼ ਦੇ ਵਿੱਚ 15 ਮੈਂਬਰ ਪਾर्लियामेंट राष्ट्रीय प्रधान भैन कुमारी मायावती जी ने कहा किसानों के सम्मान में बीएसपी मैदान, किसान विरोधी जो कानून है रद्द होने चाहिए, ये खत्म होने चाहिए। और 15 मैंबर पार्लीमेंट लोक सभा ते राज सभा च डट के विरोध किया। पंजाब दे विच किसानां दे समर्थन च 11 रैलियां पोस्ट मैट्रिक स्कॉलरशिप स्कीम का जो अंदोलन चलाया, नाल किसानां दा मुद्दा भी शामिल। और जो 25 सितंबर का पंजाब बंद होया, बीएसपी ने समर्थन किया। 8 दिसंबर का भारत बंद होया, भैन कुमारी मायावती जी राष्ट्रीय प्रधान बहुजन समाज पार्टी किसानों के बंद का समर्थन किया। और असी लगातार किसानों के हक दे विच लामबंदी कर रहे हैं। और 1 दिसंबर 1 जनवरी असी नवां साल किसानों नाल इस नारे दे नाल 31 दिसंबर ਨੂੰ ਵੱਡੇ ਕਾਫਲੇ ਲੈ ਕੇ ਸਿੰਘੂ ਬਾਰਡਰ ਦੇ ਉੱਤੇ ਅਸੀਂ ਕਿਸਾਨਾਂ ਦਾ ਸਮਰਥਨ ਫਿਜ਼ੀਕਲੀ ਵੀ ਕਰਾਂਗੇ, ਵਿੱਚ ਬੈਠ ਕੇ ਕਰਾਂਗੇ। ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਹੈ, ਜਿਹੜੇ ਵੀ ਸਾਥੀ ਵਲੰਟਰਲੀ ਜਾਣਾ ਚਾਹੁੰਦੇ ਹੋ, ਪਾਰਟੀ ਵੱਲੋਂ ਕਿਸੇ ਤੇ ਕੋਈ ਬੰਦਿਸ਼ ਨਹੀਂ ਹੈ। ਮੈਨੂੰ ਉਮੀਦ ਹੈ ਤੁਸੀਂ ਫਿਰ ਵੀ 31 ਤਰੀਕ ਨੂੰ ਅਸੀਂ ਵੱਡੇ ਕਾਫਲੇ ਦੇ ਨਾਲ ਆਪਣੇ ਰਾਤ ਦਾ ਖਾਣ ਪੀਣ ਦਾ ਪ੍ਰਬੰਧ ਨਾਲ ਲੈ ਕੇ, ਆਪਣੇ ਗਰਮ ਕੱਪੜਿਆਂ ਦਾ ਔਰ ਹੋਰ ਜ਼ਰੂਰੀ ਵਸਤਾਂ, ਬੁਰਸ਼, ਬਾਥਰੂਮ ਦੀਆਂ ਚੀਜ਼ਾਂ ਨਾਲ ਲੈ ਕੇ ਤੁਸੀਂ 31 ਦਸੰਬਰ ਨੂੰ ਅਸੀਂ ਰਾਜਪੁਰੇ ਤੋਂ ਜਿਹੜਾ ਹੈਗਾ ਆ ਸ਼ੰਭੂ ਬੈਰੀਅਰ ਜਿਹੜਾ 1 ਵਜੇ ਪਲਾਨ ਕਰਾਂਗੇ। ਸ਼ਾਮ ਤੱਕ ਸਾਰਾ ਸੁਨੇਹਾ ਤੁਹਾਡੇ ਫੋਨਾਂ ਤੇ ਆ ਜਾਏਗਾ। ਔਰ 1 ਜਨਵਰੀ ਨੂੰ ਅਸੀਂ ਉੱਥੋਂ ਵਾਪਸੀ ਕਰਕੇ 1 ਜਨਵਰੀ ਦੀ ਰਾਤ ਘਰੋਂ ਘਰ ਸਾਰੇ ਪਹੁੰਚ ਜਾਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਲੰਬੀ ਗੱਲਬਾਤ ਨਾ ਕਰਦਾ ਹੋਇਆ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ। ਜੈ ਭੀਮ, ਜੈ ਭਾਰਤ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। For more updates, subscribe to our channel, click the show links and enjoy watching the videos.